ਤੁਸੀਂ ਵੇਖ ਰਹੇ ਹੋ BBC ਪੰਜਾਬ TV। ਜੀ ਸਰ। ਸਾਥੀਓ, ਅੱਜ ਮੀਡੀਆ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਇਹ ਖਬਰ ਮਿਲੀ ਹੋਣੀ ਹੈ ਕਿ ਜਿਹੜੀ ਕੈਪਟਨ ਸਰਕਾਰ ਨੇ ਚੀਫ ਸੈਕਟਰੀ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਸੀ, ਔਰ ਜਦੋਂ ਇਹ ਜਾਂਚ ਕਰਨ ਦੇ ਲਈ ਉਹਨਾਂ ਨੇ ਕਿਹਾ ਸੀ, ਅਸੀਂ ਉਦੋਂ ਹੀ ਕਿਹਾ ਸੀ ਕਿ ਇਸ ਜਾਂਚ ਦੇ ਵਿੱਚੋਂ ਕੁਝ ਨਹੀਂ ਨਿਕਲਣ ਵਾਲਾ, ਕਿਉਂਕਿ ਇਸ ਸਰਕਾਰ ਦੇ ਜਿਹੜੇ ਮੰਤਰੀ ਹੈ ਉਹ ਚੀਫ ਸੈਕਟਰੀ ਦਾ ਕਿਸ ਤਰੀਕੇ ਨਾਲ ਹਸ਼ਰ ਕਰਦੇ ਆ। ਇੱਥੋਂ ਤੱਕ ਕਿ ਉਹਨਾਂ ਦੇ ਨੱਕ ਨਾਲ ਲਕੀਰਾਂ ਚੰਗੀ ਤਰ੍ਹਾਂ ਲਕੀਰਾਂ ਕਢਾ ਦਿੰਦੇ ਆ, ਔਰ ਕੈਪਟਨ ਸਾਹਿਬ ਵੀ, ਮੁੱਖ ਮੰਤਰੀ ਉਹਨਾਂ ਦੇ ਮੰਤਰੀਆਂ ਦੇ ਦਬਾਅ ਥੱਲੇ ਚੀਫ ਸੈਕਟਰੀ ਨੂੰ ਬਦਲ ਦਿੰਦੇ ਆ। ਔਰ ਹੁਣ ਜਿਹੜੀ ਚੀਫ ਸੈਕਟਰੀ ਲਗਾਈ ਨੇ ਮਾਨਯੋਗ ਸ਼੍ਰੀਮਤੀ ਵਿਨੀ ਮਹਾਜਨ ਜੀ, ਤੁਸੀਂ ਸਾਰਿਆਂ ਨੇ ਪੜ੍ਹਿਆ ਕਿ ਉਹ ਤੋਂ ਬਹੁਤ ਸਾਰੇ ਸੀਨੀਅਰ ਸੀਗੇ ਜਿਨ੍ਹਾਂ ਨੂੰ ਛੱਡ ਕੇ ਉਹਨੂੰ ਲਗਾਇਆ ਗਿਆ। ਹੁਣ ਜਦੋਂ ਐਸੀ ਪੋਜੀਸ਼ਨ ਦੇ ਵਿੱਚ ਇੱਕ ਦਬਾਅ ਦੇ ਰੂਪ ਦੇ ਵਿੱਚ ਕੰਮ ਕਰਨ ਵਾਲੇ ਚੀਫ ਸੈਕਟਰੀ ਉਹ ਇਨਸਾਫ ਜਾਂ ਆਪਣੀ ਇੱਛਾ ਅਨੁਸਾਰ ਫੈਸਲਾ ਦੇਣ ਦੀ ਕਦੇ ਵੀ ਸਥਿਤੀ 'ਚ ਹੋ ਹੀ ਨਹੀਂ ਸਕਦੀ। ਔਰ ਅਸੀਂ ਇਹ ਕਿਹਾ ਸੀ ਕਿ ਇਹਦੇ ਤੋਂ ਕੋਈ ਅੱਛੇ ਰਿਜ਼ਲਟ ਨਹੀਂ ਮਿਲਣਗੇ, ਔਰ ਇਹ ਪੱਖਪਾਤ ਕਰਦੇ ਹੋਏ ਸਰਕਾਰ ਦੇ ਦਬਾਅ ਥੱਲੇ ਹੀ ਕੰਮ ਕਰੇਗੀ। ਔਰ ਅੱਜ ਜਿਹੜੇ ਰਿਜ਼ਲਟ ਆਏ ਆ, ਹੂਬਹੂ ਸਾਡੀ ਉਸ ਚਿੰਤਾ ਦੇ ਮੁਤਾਬਕ ਹੀ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨੇ ਆਪਣੀ ਰਿਪੋਰਟ ਦੇ ਕੇ ਸਾਰਿਆਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ। ਔਰ ਜਿਸ ਅਧਿਕਾਰੀ ਨੇ ਇਹ ਸਾਰੇ ਦੀ ਉਜਾਗਰ ਕੀਤਾ ਮਤਲਬ ਚੀਫ ਸੈਕਟਰੀ ਨੇ ਰਿਪੋਰਟ ਸੰਭਾਲੀ ਸੀ, ਔਰ ਉਹਨੇ ਵੀ ਆਪਣੇ ਆਪ ਰਿਪੋਰਟ ਨਹੀਂ ਸੀ ਤਿਆਰ ਕੀਤੀ, ਉਹਨੇ ਵੀ ਇੱਕ ਕਮੇਟੀ ਬਣਾਈ ਸੀ, ਅਧਿਕਾਰੀਆਂ ਦਾ ਪੈਨਲ ਬਣਾਇਆ, ਔਰ ਉਹਨਾਂ ਨੇ ਪੂਰੇ ਤੱਥਾਂ ਦੇ ਅਨੁਸਾਰ ਰਿਪੋਰਟ ਦਿੱਤੀ ਜਿਹੜੀ ਕਿ ਉਹਨਾਂ ਨੇ ਆਪਣੇ ਚੀਫ ਸੈਕਟਰੀ ਨੂੰ ਦਿੱਤੀ ਸੀ। ਔਰ ਉਹ ਇਨਕੁਆਇਰੀ ਕਰਨ ਵਾਲਾ ਜਿਹੜਾ ਅਫੀਸਰ ਸੀ ਉਸ ਨੂੰ ਉੱਥੋਂ ਬਦਲ ਕੇ ਵੀ ਹਵਾ 'ਚ ਭੇਜ ਦਿੱਤਾ ਗਿਆ, ਔਰ ਉਹਦੇ ਤੇ ਹੀ ਉਲਟੀ ਕਾਰਵਾਈ ਕਰਨ ਦੀ ਵੀ ਸਾਨੂੰ ਸੂਚਨਾਵਾਂ ਮਿਲ ਰਹੀਆਂ। ਔਰ ਕੋਈ ਇਹਦੇ 'ਚ ਸੰਦੇਹ ਨਹੀਂ ਹੋਏਗਾ ਕਿ ਜੇ ਇੱਕ ਦੋ ਦਿਨਾਂ ਦੇ ਵਿੱਚ ਕੋਈ ਉਹਦੇ ਖਿਲਾਫ ਵੀ ਕਾਰਵਾਈ ਕਰ ਦੇਣ ਤੇ ਕੋਈ ਅਣਕਥਨੀ ਨਹੀਂ ਲੱਗਦੀ, ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਇਹ ਕੰਮ ਕਰ ਰਹੀ। ਸਾਥੀਓ, ਸਾਰਿਆਂ ਨੂੰ ਤੁਹਾਨੂੰ ਪਤਾ ਹੋਣਾ ਕਿ ਅਸੀਂ ਉਸ ਵੇਲੇ ਵੀ ਮੰਗ ਕੀਤੀ ਸੀ, ਅਸੀਂ ਇਹ ਮੰਗ ਕੀਤੀ ਸੀ ਕਿ ਇਹ ਜਿਹੜੀ ਜਾਂਚ ਉਹ ਜਾਂ ਤਾਂ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ, ਜਿਹੜੇ ਕਿ ਮਾਨਯੋਗ ਕਿਸੇ ਵੀ ਹਾਈ ਕੋਰਟ ਦੇ ਜੱਜ ਤੋਂ, ਜਿਹੜੇ ਮੌਜੂਦਾ ਇਸ ਵੇਲੇ ਹਾਈ ਕੋਰਟ 'ਚ ਜੱਜ ਦੇ ਰੂਪ 'ਚ ਸੇਵਾਵਾਂ ਨਿਭਾ ਰਹੇ ਨੇ, ਐਸੇ ਕਿਸੇ ਵੀ ਮਾਨਯੋਗ ਜੱਜ ਦੇ ਕੋਲੋਂ ਇਹਦੀ ਜਾਂਚ ਕਰਾਈ ਜਾਵੇ, ਜਾਂ CBI ਤੋਂ ਕਰਾਈ ਜਾਵੇ। ਅਸੀਂ ਇਹ ਵੀ ਕਿਹਾ ਸੀ ਹੋ ਸਕਦਾ ਕਿ CBI ਦੀ ਜਾਂਚ ਕਰਨ ਤੋਂ ਪਹਿਲਾਂ ਇਹ ਕਹਿ ਦੇਣ ਕਿ ਜੀ ਉਹ ਤਾਂ ਕੇਂਦਰ ਦੀ ਸਰਕਾਰ ਦੇ ਥੱਲੇ ਹੁੰਦਾ, ਮਤਲਬ 100 ਬਹਾਨੇ ਬਣਾ ਸਕਦੇ ਨੇ, ਪਰ ਹਾਈ ਕੋਰਟ ਦੇ ਜਿਹੜੇ ਮਾਨਯੋਗ ਜੱਜ ਹੈ ਉਹਨਾਂ ਦੇ ਤੇ ਉੱਤੇ ਕੋਈ ਉਹਦੇ ਤੇ ਅੰਕੁਸ਼ ਨਹੀਂ ਸੀ। ਔਰ ਅਸੀਂ ਕਿਹਾ ਸੀ ਨਿਸ਼ਪਕਸ਼ ਜਾਂਚ ਉਦੋਂ ਹੀ ਹੋਏਗੀ ਜਦੋਂ ਮੌਜੂਦਾ ਕੋਈ ਵੀ ਹਾਈ ਕੋਰਟ ਦਾ ਜੱਜ ਜਾਂ CBI ਦੀ ਰਿਪੋਰਟ ਜਿਹੜੀ ਹੈ ਜਾਂਚ ਕਰੇਗੀ ਤਾਂ ਹੀ ਹੋਏਗੀ। ਪਰ ਕਿਉਂਕਿ ਇਹ ਘੁਟਾਲੇਬਾਜ਼ਾਂ ਦੀ ਸਰਕਾਰ ਹੈ, ਔਰ ਘੁਟਾਲੇਬਾਜ਼ਾਂ ਦੀ ਇਹ ਕੈਪਟਨ ਸਾਹਿਬ ਹਮੇਸ਼ਾ ਘੁਟਾਲੇਬਾਜ਼ਾਂ ਨਾਲ ਖੜੇ ਰਹੇ, ਕਿਉਂਕਿ ਉਹਨਾਂ ਦੇ ਆਪਣੇ ਵੀ ਤੁਸੀਂ ਦੇਖਿਆ ਕਿ ਬਹੁਤ ਸਾਰੇ ਪੁਰਾਣੇ ਘੁਟਾਲੇ ਸਮੇਂ ਤੇ ਉਜਾਗਰ ਹੁੰਦੇ ਰਹੇ ਨੇ, ਔਰ ਉਹ ਘੁਟਾਲੇਬਾਜ਼ਾਂ ਨਾਲ ਖੜੇ ਰਹੇ। ਔਰ ਹਮੇਸ਼ਾ ਉਹਨਾਂ ਨੂੰ ਅਸੀਂ ਕਲੀਨ ਚਿੱਟ ਦੇਣ ਵਾਲਾ ਮੁੱਖ ਮੰਤਰੀ ਕਹਿੰਦੇ ਹਾਂ। ਔਰ ਤੁਸੀਂ ਦੇਖਿਆ ਹੋਣਾ ਕਿ ਰਾਣਾ ਗੁਰਜੀਤ ਸਿੰਘ ਜੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਉਸ ਵੇਲੇ ਵੀ ਕਲੀਨ ਚਿੱਟ ਦਿੱਤੀ ਸੀ, ਪਰ ਜਦੋਂ ਜਨਤਾ ਦਾ ਆਕਰੋਸ਼ ਵਧਿਆ ਤਾਂ ਫਿਰ ਉਹਦੇ ਕੋਲੋਂ ਰਿਜ਼ਾਈਨ ਵੀ ਇਹਨਾਂ ਨੇ ਆਪ ਹੀ ਲੈ ਲਿਆ ਸੀ, ਔਰ ਆਪ ਹੀ ਦੋਸ਼ੀ ਉਹਨੂੰ ਕਰਾਰ ਦੇ ਕੇ ਉਹਦੇ ਕੋਲ ਰਿਜ਼ਾਈਨ ਵੀ ਲੈ ਲਿਆ ਸੀ। ਭਾਵ ਇਹ ਪਹਿਲਾਂ ਹਮੇਸ਼ਾ ਘੁਟਾਲੇਬਾਜ਼ਾਂ ਨਾਲ ਖੜੇ ਹੁੰਦੇ, ਪਰ ਜਦੋਂ ਜਨਤਾ ਦਾ ਆਕਰੋਸ਼ ਵੱਧਦਾ ਹੈ ਉਦੋਂ ਇਹ ਜ਼ਰੂਰ ਕਾਰਵਾਈ ਕਰਦੇ ਆ। ਔਰ ਅਸੀਂ ਜਿਹੜੀ ਉਸ ਵੇਲੇ ਵੀ ਮੰਗ ਕੀਤੀ ਸੀ, ਔਰ ਇਹਨਾਂ ਨੇ ਸਾਡੀ ਉਸ ਮੰਗ ਨੂੰ ਜਿਹੜੀ ਉਚਿਤ ਮੰਗ ਸੀ ਉਹਨੂੰ ਦਰਕਿਨਾਰ ਕਰਕੇ ਔਰ ਇਹ ਜਿਹੜੀ ਰਿਪੋਰਟ ਜਾਰੀ ਕੀਤੀ ਸੀ। ਔਰ ਜਿਹੜਾ ਕਿ ਅੱਜ ਰਿਪੋਰਟ ਆਈ ਆ ਉਹ ਸਾਡੀਆਂ ਆਸ਼ਾਵਾਂ ਜਿਹੜੀਆਂ ਸੀਗੀਆਂ ਅਸੀਂ ਲਾਉਂਦੇ ਸੀ ਕਿ ਉਹ ਘੁਟਾਲੇ ਦੇ ਨਾਲ ਖੜੇ ਹੋਏਗੀ, ਉਸੇ ਤਰ੍ਹਾਂ ਦੀਆਂ ਆਈਆਂ। ਸੋ ਅੱਜ ਅਸੀਂ ਫਿਰ ਇਹ ਕਹਿੰਦੇ ਹਾਂ ਕਿ ਅਸੀਂ ਇਸ ਰਿਪੋਰਟ ਨੂੰ ਸਿਰੇ ਤੋਂ ਨਕਾਰਦੇ ਹਾਂ। ਇਹ ਦਲਿਤ ਸਮਾਜ ਦੇ ਨਾਲ ਧੋਖਾ ਆ।
ਇਹ ਦਲਿਤ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਦਿਆਰਥੀਆਂ ਦੇ ਨਾਲ ਧੋਖਾ ਆ ਔਰ ਕਾਂਗਰਸ ਸਰਕਾਰ ਜਿਹੜੀ ਉਹਨਾਂ ਦੇ ਨਾਲ ਖੜੀ ਆ ਔਰ ਅਸੀਂ ਉਹਨਾਂ ਦੇ ਇਨਸਾਫ ਦੇ ਲਈ ਫੇਰ ਮੰਗ ਕਰਦੇ ਹਾਂ ਕਿ ਤੁਸੀਂ ਇਸ ਦੀ ਜਾਂਚ ਹਾਈ ਕੋਰਟ ਤੇ ਮਾਨਯੋਗ ਜੱਜ ਤੋਂ ਕਰਾਓ ਜਾਂ CBI ਇਹਦੀ ਕੋਰਟ ਦੇ ਵਿੱਚੋਂ ਕਰਾਓ, ਅਨਥਾ ਅਸੀਂ ਇਸ ਰਿਪੋਰਟ ਦਾ ਕਿਤੇ ਵੀ ਕਿਸੇ ਤਰ੍ਹਾਂ ਦਾ ਵੀ ਸਮਰਥਨ ਨਹੀਂ ਕਰਾਂਗੇ। ਔਰ ਅਸੀਂ ਇਹ ਵੀ ਕਹਾਂਗੇ ਕਿ ਇਹ ਜਨਤਾ ਦਾ ਆਕਰੋਸ਼, ਗਰੀਬ ਦਲਿਤ ਦਾ ਆਕਰੋਸ਼ ਜਿਹੜਾ ਆ ਉਹ ਇਹਦਾ ਜਿਹੜਾ ਉਹਦਾ ਸਾਹਮਣਾ ਜਿਹੜਾ ਕਰਨਾ ਹੈ ਉਹ ਜਿਹੜਾ ਧੋਖਾ ਆ ਉਹਨਾਂ ਦੇ ਨਾਲ ਧੋਖਾ ਆ ਉਹ ਬਹੁਤ ਮਹਿੰਗਾ ਪਵੇਗਾ ਇਸ ਕੈਪਟਨ ਸਰਕਾਰ ਨੂੰ ਔਰ ਦਲਿਤ ਸਮਾਜ ਉਹਨਾਂ ਨੂੰ ਇਸ ਵਿਸ਼ਵਾਸਘਾਤ ਦੇ ਲਈ ਕਦੀ ਵੀ ਮਾਫ ਨਹੀਂ ਕਰੇਗਾ। ਔਰ ਇਹਦੇ ਨਾਲ ਸਾਥੀਓ ਮੈਂ ਹੁਣ ਇੱਕ ਹੋਰ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਦਲਿਤ ਸਮਾਜ ਦੇ ਸੰਤ ਸਮਾਜ ਔਰ ਬਹੁਤ ਸਾਰੀਆਂ ਜਥੇਬੰਦੀਆਂ ਨਾਲ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਸੰਪਰਕ 'ਚ ਰਹੇ ਵੀ ਸੀ ਔਰ ਅਸੀਂ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਨਿਵੇਦਨ ਕੀਤਾ ਸੀ ਕਿ ਸਾਨੂੰ ਪਹਿਲੇ ਹੀ ਪਤਾ ਸੀ ਕਿ ਇਸ ਤਰ੍ਹਾਂ ਦੀ ਰਿਪੋਰਟ ਆਉਣ ਵਾਲੀ ਹੈ ਔਰ ਉਹਨਾਂ ਨੇ ਵੀ ਕਿਹਾ ਸੀ ਕਿ ਦਲਿਤ ਸਮਾਜ ਐਸੀ ਕਿਸੇ ਰਿਪੋਰਟ ਦੇ ਉੱਤੇ ਵਿਸ਼ਵਾਸ ਨਹੀਂ ਕਰੇਗਾ ਔਰ ਦਲਿਤ ਸਮਾਜ ਦੇ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਖੜਾ ਹੋਏਗਾ ਔਰ ਉਹਨਾਂ ਨੇ 7 ਅਕਤੂਬਰ ਤੱਕ ਦਾ ਆਪਣੇ ਆਪ ਨੂੰ ਸੁਧਾਰਨ ਦਾ ਔਰ ਸਹੀ ਮੈਨੇ ਅਸੀਂ ਕਹਿ ਦਈਏ ਕਿ ਇਨਸਾਫ ਕਰਨ ਦਾ ਔਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ 7 ਅਕਤੂਬਰ ਦਾ ਜਿਹੜੇ ਦਲਿਤ ਸਮਾਜ ਦੀਆਂ ਜਥੇਬੰਦੀਆਂ ਨੇ ਔਰ ਜਿਹੜੇ ਸੰਤ ਸਮਾਜ ਨੇ ਉਹਨਾਂ ਨੇ ਉਹਨਾਂ ਨੂੰ ਅਲਟੀਮੇਟਮ ਵੀ ਦਿੱਤਾ ਹੈ ਔਰ ਤੁਸੀਂ ਅਖਬਾਰਾਂ ਦੇ ਮਾਧਿਅਮ ਦੇ ਨਾਲ ਉਹਨਾਂ ਦੇ ਅਲਟੀਮੇਟਮ ਨੂੰ ਵੀ ਪੜ੍ਹਿਆ ਹੋਣਾ ਔਰ 10 ਅਕਤੂਬਰ ਨੂੰ ਉਹਨਾਂ ਨੇ ਪੰਜਾਬ ਦੇ ਸਾਰੇ ਹਾਈਵੇ ਜਾਮ ਕਰਨ ਦੇ ਲਈ ਵੀ ਸਾਰੇ ਅਨੁਸੂਚਿਤ ਜਾਤੀ ਦੇ ਸੰਗਠਨਾਂ ਨੇ ਔਰ ਸੰਤ ਸਮਾਜ ਨੇ ਇਹ ਐਲਾਨ ਵੀ ਕੀਤਾ ਹੈ। ਔਰ ਇੱਥੇ ਮੈਂ ਤੁਹਾਨੂੰ ਅੱਜ ਤੁਹਾਡੇ ਮਾਧਿਅਮ ਦੇ ਨਾਲ ਇਹ ਦੱਸਣਾ ਚਾਹਾਂਗਾ ਕਿ ਅਸੀਂ ਆਪਣੇ ਪੂਰੇ ਸਾਥੀਆਂ ਸਮੇਤ ਦਲਿਤ ਸਮਾਜ ਦੇ ਸਾਰੇ ਸੰਗਠਨਾਂ ਦੇ ਨਾਲ ਔਰ ਸੰਤ ਸਮਾਜ ਦੇ ਨਾਲ ਅਸੀਂ ਖੜੇ ਹਾਂ। ਅਗਰ ਪੰਜਾਬ ਸਰਕਾਰ ਸਹੀ ਨਿਰਣੇ ਨਹੀਂ ਲੈਂਦੀ, ਜੋ ਫੈਸਲਾ ਵੀ ਸੰਗਠਨ ਔਰ ਦਲਿਤ ਸਮਾਜ ਦੇ ਜਿਹੜੇ ਸੰਗਠਨ ਕਰਨਗੇ ਜਾਂ ਸੰਤ ਸਮਾਜ ਜੋ ਆਹਵਾਨ ਕਰੇਗਾ, ਅਸੀਂ ਇਨ ਬਿਨ ਉਹਨਾਂ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਦੇ ਨਾਲ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਮਰਪਿਤ ਵੀ ਹਾਂ, ਉਹਨਾਂ ਨੂੰ ਆਪਣੀ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੇ ਹਾਂ ਔਰ ਜਿਹੜਾ ਵੀ ਜਦੋਂ ਵੀ ਉਹ ਆਦੇਸ਼ ਦੇਣਗੇ ਦਲਿਤ ਸਮਾਜ ਦੇ ਹਿੱਤਾਂ ਦੇ ਰਾਖੀ ਦੇ ਲਈ ਔਰ ਦਲਿਤ ਸਮਾਜ ਦੀ ਸੇਵਾ ਦੇ ਲਈ ਅਸੀਂ ਹਮੇਸ਼ਾ ਖੜੇ ਰਹਾਂਗੇ। ਇਹ ਤੁਹਾਡੇ ਮਾਧਿਅਮ ਦੇ ਨਾਲ ਅੱਜ ਅਸੀਂ ਇਹਦੀ ਘੋਸ਼ਣਾ ਵੀ ਕਰਦੇ ਹਾਂ ਔਰ ਨਾਲ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਉਹ ਆਪਣੇ ਆਪ ਨੂੰ ਸੁਧਾਰਨ ਔਰ ਦਲਿਤ ਗਰੀਬ ਪਰਿਵਾਰਾਂ ਦੀ ਹਾਰ ਨਾ ਲੈਣ ਔਰ ਕਿਸੇ ਵੀ ਐਸੀ ਜਿਹੜੀ ਹਾਰ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਇੱਕ ਵਾਰੀ ਰੈਲੀ ਕੀਤੀ, ਦਲਿਤ ਬੋਲਿਆ ਸੰਘਰਸ਼ਣ ਡੋਲਿਆ। ਭਾਵ ਜਦੋਂ ਦਲਿਤ ਬੋਲਦਾ ਹੈ ਤੇ ਬੜੇ ਬੜਿਆਂ ਦੀ ਜਿਹੜੀ ਹਾਰ ਜਿਹੜੀ ਉਹਦੀ ਲੱਗਦੀ ਹੈ ਤੇ ਬੜੇ ਬੜਿਆਂ ਦੀਆਂ ਸਰਕਾਰਾਂ ਬਦਲਦੀਆਂ ਦੇਖੀਆਂ ਔਰ ਇਹ ਪਹਿਲਾਂ ਵੀ ਦੇਖਿਆ। ਹੁਣ ਅੱਗੇ ਤੋਂ ਅਸੀਂ ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਅਗਰ ਜਾਂ ਸੁਧਰੋ ਨਹੀਂ ਤਾਂ ਦਲਿਤ ਸਮਾਜ ਜਿਹੜਾ ਆ ਉਹਨਾਂ ਦੀ ਇਹ ਜਿਹੜੀ ਹੈ ਉਹਨਾਂ ਨੂੰ ਸਜ਼ਾ ਦੇਗਾ ਔਰ ਉਹਨਾਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।